ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖਾਂ ਭਰਮ ਨਾ ਕੀਜੀਏ, ਬੁੱਧ ਰਾਖੀਏ ਠੋਰ। ਰਾਖਾ ਸਤਿਗੁਰ ਸਿੱਖ ਕਾ, ਜਿਉ ਅਚਾਰ ਹਿਤ ਔਰ। ਦੋਹਰਾ ਸਿੱਖਾਂ ਭਰਮ ਨਾ ਕੀਜੀਏ, ਬੁੱਧ ਰਾਖੀਏ ਠੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੁਗੋ ਜੁਗ ਅਟਲ, ਗੁਰਤਾ ਗੱਦੀ ਉੱਤੇ ਸ਼ੁਭਾਇਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ, ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਦੇ ਤਪ ਅਸਥਾਨ ਨਗਰ ਤੱਲਣ ਜਲੰਧਰ ਵਿਖੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਸੰਧਿਆ ਸਮੇਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੇ ਕੀਰਤਨੀਏ ਸਿੰਘਾਂ ਦੀ ਰਸਨਾ ਤੋਂ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਜਸ ਸਰਵਣ ਕੀਤਾ ਹੈ, ਕੀਰਤਨ ਸਰਵਣ ਕੀਤਾ ਹੈ। ਉਪਰੰਤ ਨਿੱਤਾ ਪ੍ਰਤੀ ਦੇ ਅਸਥਾਨ ਦੇ ਨਿਯਮ ਦੇ ਮੁਤਾਬਕ ਔਰ ਗੁਰਸਿੱਖੀ ਦੇ ਨਿਯਮ ਦੇ ਮੁਤਾਬਕ ਸੰਧਿਆ ਦਾ ਜਾਪ, ਸੋਦਾ ਰਹਿਰਾਸ ਸਾਹਿਬ ਦਾ ਪਾਠ ਗੁਰੂ ਕੀ ਹਜ਼ੂਰੀ ਵਿੱਚ ਗੁਰੂ ਕੇ ਗ੍ਰੰਥੀ ਸਿੰਘਾਂ ਨੇ ਸੰਪੂਰਨ ਕੀਤਾ ਹੈ।
ਹੁਣ ਵੇਲਾ ਹੋਇਆ ਸਤਿਗੁਰੂ ਜੀ ਦੇ ਇਸ ਅਸਥਾਨ ਦੇ ਉੱਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਪੜ੍ਹਨ ਦਾ, ਸਰਵਣ ਕਰਨ ਦਾ, ਵਿਚਾਰਾਂ ਦੀ ਸਾਂਝ ਕਰਨ ਦਾ। ਤੋ ਆਓ ਆਪਾਂ ਸਾਰੇ ਬੜੇ ਪਿਆਰ ਦੇ ਨਾਲ, ਜਿੱਥੇ ਪਾਰ ਬ੍ਰਹਮ ਪਰਮੇਸ਼ਰ ਦੀ ਉਸਤਤ ਗੁਰੂ ਕੀ ਬਾਣੀ ਦੇ ਵਿੱਚ ਆਪਾਂ ਕੀਤੀ ਹੈ, ਸਰਵਣ ਕੀਤੀ ਹੈ, ਆਨੰਦ ਮਾਣਿਆ ਹੈ, ਕੀਰਤਨ ਦੁਆਰਾ ਆਨੰਦ ਮਾਣਿਆ ਹੈ। ਹੁਣ ਗੁਰ ਪਰਮੇਸ਼ਰ ਦੀ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਸਤਿਗੁਰੂ ਜੀ ਦੇ ਸਰਗੁਣ ਸਰੂਪ ਦੀ ਭਾਵ ਸਤਿਗੁਰੂ ਜੀ ਜਿਸ ਵੇਲੇ 10 ਸਰੀਰਕ ਜਾਮਿਆਂ ਦੇ ਵਿੱਚ ਇਸ ਸੰਸਾਰ ਦੇ ਉੱਤੇ ਵਿਚਰੇ, ਉਹਨਾਂ ਦੇ ਉਸ ਸਰਗੁਣ ਸਰੂਪ ਦੀ ਕਥਾ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਸਤਤ ਦੇ ਨਾਲ ਜੁੜੀਏ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਇਕਾਗਰਤਾ ਦੇ ਸਹਿਤ ਜੁੜ ਕੇ ਬੈਠੋ ਜੀ। ਜੋ ਅਕਸਰ ਬੇਨਤੀ ਕੀਤੀ ਜਾਂਦੀ ਹੈ ਇਸ ਮੰਚ ਤੋਂ ਕਿ ਜੋ ਵੀ ਗੁਰੂ ਕੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਪਹੁੰਚੀਆਂ ਹੋਈਆਂ ਹੈ, ਕੋਈ ਅਖੰਡ ਪਾਠ ਸਾਹਿਬ ਦੀ ਸੇਵਾ ਕਰਨ ਦੇ ਲਈ, ਕੋਈ ਦਰਸ਼ਨ ਦੀਦਾਰਿਆਂ ਹਿੱਤ ਆਪਣੀਆਂ ਅਰਦਾਸਾਂ ਬੇਨਤੀਆਂ ਕਰਨ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚੇ ਹੈ। ਜੇ ਕਿਸੇ ਵਿਸ਼ੇਸ਼ ਸੇਵਾ ਦੇ ਵਿੱਚ ਹਾਜ਼ਰ ਨਹੀਂ ਹਨ ਤਾਂ ਕਿਰਪਾ ਕਰਕੇ ਗੁਰਦਰਬਾਰ ਵਿੱਚ ਆ ਕੇ ਜੁੜ ਬੈਠਣ ਦੀ ਕਿਰਪਾਲਤਾ ਕਰੋ, ਤਾਂ ਕਿ ਸਤਿਗੁਰਾਂ ਦੇ ਅਸਥਾਨਾਂ ਦੇ ਉੱਤੇ ਆਏ ਆ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਸਕੀਏ, ਪੂਰਾ ਲਾਹਾ ਆਪਣੀ ਇਸ ਯਾਤਰਾ ਦਾ ਲੈ ਸਕੀਏ। ਆਪਾਂ ਸਰਵਣ ਕਰ ਰਹੇ ਸੀ, ਵਿਚਾਰ ਰਹੇ ਸੀ ਧੰਨ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਇਤਿਹਾਸ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਜੈਨਪੁਰੀ ਨਿਵਾਸੀ ਭਾਈ ਵਿਸ਼ੰਬਰ ਦਾਸ ਸਿੱਖ ਅਤੇ ਉਸ ਦਾ ਪੁੱਤਰ ਹਰਗੋਪਾਲ ਆਪਣੇ ਸਮੁੱਚੇ ਪਰਿਵਾਰ ਦੇ ਸਮੇਤ ਪਹੁੰਚੇ ਹੈ। ਇੱਥੇ ਆ ਕੇ ਭਾਈ ਵਿਸ਼ੰਬਰ ਦਾਸ ਦੇ ਬੇਨਤੀਆਂ ਕਰਨ 'ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖੀ ਦੀ ਮਰਿਆਦਾ ਸਮਝਾਉਂਦਿਆਂ 101 ਅਰਦਾਸਾਂ ਗੁਰੂ ਕੇ ਸਿੱਖਾਂ ਨੂੰ ਉਸ ਵੇਲੇ ਦਰਬਾਰ ਵਿੱਚ ਕਰਨੀਆਂ ਸਿਖਾਈਆਂ, ਅਤੇ ਇਸ ਵੇਲੇ ਗੁਰੂ ਕੀ ਕਥਾ ਰਾਹੀਂ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹੈ, ਜਿਹਦੇ ਵਿੱਚੋਂ ਆਪਾਂ 75 ਅਰਦਾਸਾਂ ਪਿਛਲੇ 14ਵੇਂ ਅਧਿਆਇ ਦੇ ਵਿੱਚ 14ਵੇਂ ਅੰਸੂ ਦੇ ਵਿੱਚ ਵਿਚਾਰ ਚੁੱਕੇ ਹਾਂ, ਨਿਰਣਾ ਕਰ ਚੁੱਕੇ ਹਾਂ, ਔਰ ਬਾਕੀ ਦੀਆਂ ਰਹਿੰਦੀਆਂ 26 ਅਰਦਾਸਾਂ ਦੇ ਵਿੱਚੋਂ ਆਪਾਂ 10 ਅਰਦਾਸਾਂ ਕੱਲ੍ਹ 15ਵੇਂ ਅਧਿਆਇ ਦੇ ਵਿੱਚੋਂ ਸਰਵਣ ਕਰ ਚੁੱਕੇ ਹਾਂ। ਜਿਵੇਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਗੁਰੂ ਕੇ ਸਿੱਖ ਭਾਈ ਵਿਸ਼ੰਬਰ ਦਾਸ ਨੂੰ ਆਤਮਿਕ ਉਪਦੇਸ਼ ਬਖਸ਼ਿਸ਼ ਕੀਤਾ ਹੈ, ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ 5 ਅਰਦਾਸਾਂ ਯੋਗ ਦੀਆਂ, ਜੁੜਨ ਦੀਆਂ, ਪ੍ਰਾਣਾਯਾਮ, ਅਪਾਨ ਕਿਰਿਆ, ਨੇਤੀ ਧੋਤੀ ਬਸਤੀ ਨਿਉਲੀ ਕਰਮ ਇਤਿਆਦਿਕ ਬਾਰੇ ਦੱਸਿਆ ਹੈ, ਅਤੇ ਕੁੰਡਲਨੀ ਨਾੜੀ ਨੂੰ ਜਾਂ ਭਿਅੰਗਮਾ ਨਾੜੀ ਨੂੰ ਕਿਵੇਂ ਜਾਗਰਿਤ ਕਰਨਾ ਹੈ, ਕਿਵੇਂ ਦਸਮ ਦੁਆਰ ਦੇ ਵਿੱਚ ਸਵਾਸ ਚੜਾਉਣੇ ਆ, ਕਿਵੇਂ ਸਵਾਸ ਵਾਹਿਗੁਰੂ ਦਾ ਜਾਪ ਕਰਨਾ ਹੈ, ਕਿਵੇਂ ਗੁਰੂ ਕੀ ਸਤ ਸੰਗਤ ਦੇ ਵਿੱਚ ਆ ਕੇ ਕੁੰਡਲਨੀ ਸੁਰਜੀ ਸਤ ਸੰਗਤ, ਕਿਸ ਤਰ੍ਹਾਂ ਇਹ ਮਸਲਾ ਕੁੰਡਲਨੀ ਨਾੜੀ ਵਾਲਾ ਸੁਲਝਦਾ ਹੈ। ਸਵਾਸ ਵਾਹਿਗੁਰੂ ਦਾ ਸਿਮਰਨ ਗੁਰੂ ਕੇ ਸਿੱਖ ਦਾ ਚੱਲਦਾ ਹੈ। ਇਹ ਬੀਤੇ ਕੱਲ੍ਹ ਦੀਵਾਨ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਸੀ, ਔਰ ਨਾਲ ਹੀ ਕੁਝ ਹੋਰ ਮਰਿਆਦਾ ਦੇ ਵਾਚਨ, ਮਰਿਆਦਾ ਦੀਆਂ ਅਰਦਾਸਾਂ ਸਤਿਗੁਰੂ ਜੀ ਨੇ ਦੱਸੀਆਂ ਕਿ ਕਿਵੇਂ ਗੁਰੂ ਕਾ ਸਿੱਖ ਇਹ ਨਾਮ ਜਪਦਾ ਰਿੱਧੀਆਂ ਸਿੱਧੀਆਂ ਨਿਧੀਆਂ ਦਾ ਮਾਲਕ ਬਣ ਜਾਂਦਾ ਹੈ। 4 ਪਦਾਰਥ ਇਹਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਆ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ।
ਇਸੇ ਤਰ੍ਹਾਂ ਮਾਇਆ ਤੋਂ ਰੱਖਿਆ ਦੇ ਲਈ ਮਾਇਆ ਦੇ ਪ੍ਰਭਾਵ ਤੋਂ ਇਹਨਾਂ ਰਿੱਧੀਆਂ ਸਿੱਧੀਆਂ ਦੇ ਅਧੀਨ ਨਾ ਕਿਤੇ ਹੋ ਜਾਵੇ ਗੁਰੂ ਕਾ ਸਿੱਖ, ਸਗੋਂ ਇਹ ਕੰਟਰੋਲ ਦੇ ਵਿੱਚ ਰਹਿਣ। ਇਹਨਾਂ ਵਾਸਤੇ ਅਰਦਾਸਾਂ ਕਰਨੀਆਂ ਸਤਿਗੁਰੂ ਨੇ ਸਿਖਾਈਆਂ। ਫਿਰ ਇਸੇ ਪ੍ਰਕਾਰ ਹੀ ਪੂਰਨ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਕੇ ਸਾਸ ਗਰਾਸ ਵਾਹਿਗੁਰੂ ਵਾਹਿਗੁਰੂ ਦੇ ਨਾਮ ਦੀ ਮਾਲਾ ਫੇਰਨੀ, ਸਾਸ ਸਾਸ ਨਾਮ ਨੂੰ ਜਪਣਾ ਔਰ ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ, ਜਿਹੜੇ ਹਰ ਪ੍ਰਕਾਰ ਦੇ ਨਰਕਾਂ ਤੋਂ ਰੱਖਿਆ ਕਰਨ ਵਾਲੇ ਹਨ। ਔਰ ਨਾਮ ਜਪਦਿਆਂ ਜਦੋਂ ਬਹੁਤ ਹੀ ਪ੍ਰਸਿੱਧੀ ਪ੍ਰਾਪਤ ਹੋ ਜਾਵੇ, ਲੋਕਾਂ ਦੇ ਵਿੱਚ ਮਹਿਮਾ ਹੋ ਜਾਵੇ, ਜਸ ਹੋ ਜਾਵੇ, ਕੁਝ ਈਰਖਾਲੂ ਲੋਕ ਉੱਠ ਖੜ੍ਹਦੇ ਹੈ, ਉਹਨਾਂ ਦੁਆਰਾ ਕੀਤੀ ਗਈ ਨਿੰਦਿਆ ਚੁਗਲੀ ਈਰਖਾ ਦਾ ਮਨ ਦੇ ਉੱਤੇ ਕੋਈ ਅਸਰ ਨਾ ਪਵੇ, ਮਨ ਹਮੇਸ਼ਾ ਸ਼ਾਂਤ ਰਹੇ, ਬਚਨ ਸ਼ਾਂਤੀ ਵਾਲੇ ਫੁਰਨ। ਇੱਥੋਂ ਤੱਕ ਆਪਾਂ ਕੱਲ੍ਹ 10 ਅਰਦਾਸਾਂ ਤੱਕ ਗੁਰ ਇਤਿਹਾਸ ਨੂੰ ਵਿਚਾਰ ਲਿਆ ਸੀ। ਆਓ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸ਼ੰਬਰ ਦਾਸ ਸਿੱਖ ਨੂੰ ਅੱਗੇ ਹੋਰ ਗੁਰਮਤਿ ਦਾ ਉਪਦੇਸ਼ ਦੇ ਰਹੇ ਹੈ, ਅਰਦਾਸਾਂ ਬੇਨਤੀਆਂ ਕਰਨੀਆਂ ਸਿਖਾ ਰਹੇ ਹੈ, ਬੜੇ ਪਿਆਰ ਨਾਲ ਗੁਰੂ ਚਰਨਾਂ ਵਿੱਚ ਜੁੜ ਕੇ ਸਰਵਣ ਕਰੀਏ ਜੀ। ਮਨ ਬਿਰਤੀਆਂ ਦੀ ਇਕਾਗਰਤਾ ਲਈ ਇੱਕ ਵਾਰੀ ਫਿਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਧਿਆਨ ਟਿਕਾਉਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖਾ ਧਰਮ ਨਾ ਕੀਜੀਏ, ਬੁੱਧ ਰਾਖੀਏ ਠੌਰ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਹਜੂਰ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਉਜੈਨਪੁਰੀ ਨਿਵਾਸੀ ਦੱਖਣੀਏ ਸਿੱਖ ਭਾਈ ਵਿਸ਼ੰਬਰ ਦਾਸ ਨੂੰ ਉਪਦੇਸ਼ ਦਿੰਦਿਆਂ ਹੋਇਆ ਕਹਿ ਰਹੇ ਹੈ। 10 ਅਰਦਾਸਾਂ ਪਹਿਲਾਂ ਦੱਸ ਚੁੱਕੇ ਹੈ। ਇਸ ਦਿਹਾੜੇ ਦੀਆਂ 11ਵੀਂ ਅਰਦਾਸ ਕਿਵੇਂ ਕਰਨੀ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਵਿਸ਼ੰਬਰ ਦਾਸ ਸਿੱਖਾ, ਜੇਕਰ ਕੋਈ ਭਰਮ ਭੁਲੇਖਾ ਪਾਉਣ ਵਾਲਾ ਮਨਮਤੀਆ ਮਿਲ ਜਾਵੇ, ਕੋਈ ਤੈਨੂੰ ਗੁਰਸਿੱਖੀ ਦੇ ਮਾਰਗ ਤੋਂ ਥੜਕਾਉਣ ਦੀ ਕੋਸ਼ਿਸ਼ ਕਰੇ, ਕੋਈ ਭਰਮ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰੇ, ਤਾਂ ਤੂੰ ਭਰਮਣਾ ਨਹੀਂ, ਕਿਉਂਕਿ ਸਤਿਗੁਰੂ ਨੇ ਖਾਲਸਾ ਹੀ ਐਸਾ ਸਾਜਿਆ ਹੈ ਜਿਹੜਾ ਹਰ ਪ੍ਰਕਾਰ ਦੇ ਭਰਮਾਂ ਭੁਲੇਖਿਆਂ ਤੋਂ ਦੂਰ ਹੈ, ਜਿਹਦੇ ਭਰਮ ਭੁਲੇਖੇ ਹਰ ਪ੍ਰਕਾਰ ਦੇ ਨਿਵਰਤ ਹੋ ਚੁੱਕੇ ਹੈ। ਸਿਰਫ ਗੁਰੂ ਕੀ ਬਾਣੀ ਦੀ, ਗੁਰੂ ਕੇ ਬਚਨਾਂ ਦੀ ਹੀ ਜਿਸ ਨੂੰ ਟੇਕ ਹੈ, ਆਸਰਾ ਹੈ, ਉਮੀਦ ਹੈ। ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜਿਹੜਾ ਐਸਾ ਗੁਰੂ ਕਾ ਸਿੱਖ ਹਰ ਪ੍ਰਕਾਰ ਦੇ ਭਰਮ ਭੁਲੇਖਿਆਂ ਤੋਂ ਦੂਰ ਰਹਿੰਦਾ ਹੈ, ਸਤਿਗੁਰੂ ਜੀ ਨੇ ਉਸ ਖਾਲਸੇ ਨੂੰ ਆਪਣਾ ਗੁਰੂ ਸਰੂਪ ਹੋਣ ਦਾ ਮਾਣ ਵੀ ਬਖਸ਼ਿਆ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਬਰਤਾਂ ਨੂੰ, ਮੜੀਆਂ ਨੂੰ, ਮਟਾਂ ਨੂੰ, ਕਬਰਾਂ ਨੂੰ ਭੁੱਲ ਕੇ ਵੀ ਨਹੀਂ ਮੰਨਦਾ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਰਾਧਨਾ ਕਰਦਾ ਹੈ, ਉਹਦੇ ਉੱਤੇ ਟੇਕ ਰੱਖਦਾ, ਆਸਰਾ ਰੱਖਦਾ, ਔਰ ਕਿਸੇ ਪ੍ਰਕਾਰ ਦਾ ਭਰਮ ਭੁਲੇਖਾ ਆਪਣੇ ਚਿੱਤ ਦੇ ਵਿੱਚ ਨਹੀਂ ਰੱਖਦਾ, ਉਹ ਖਾਲਸਾ ਸਤਿਗੁਰੂ ਜੀ ਕਹਿੰਦੇ ਮੇਰੇ ਵਾਸਤੇ ਗੁਰੂ ਸਰੂਪ ਹੈ। ਸੋ ਖਾਲਸ ਸਤਿਗੁਰੂ ਹਮਾਰਾ। ਐਸੇ ਖਾਲਸੇ ਨੂੰ ਸਤਿਗੁਰਾਂ ਨੇ ਆਪਣਾ ਸਵਰੂਪ, ਨਿਜ ਸਵਰੂਪ ਬਖਸ਼ਿਸ਼ ਕਰ ਦਿੱਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੈ ਕਰੂੰ ਨਿਵਾਸ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਔਰ ਸਤਿਗੁਰੂ ਜੀ ਕਹਿੰਦੇ ਭਰਮ ਭੇਖ ਤੇ ਰਹਿ ਨਿਆਰਾ। ਜਿਹੜਾ ਭਰਮਾਂ ਭੁਲੇਖਿਆਂ ਤੋਂ, ਭੇਖ ਦੰਭ ਇਤਿਆਦਿਕ ਤੋਂ ਨਿਆਰਾ ਰਹਿੰਦਾ ਹੈ, ਵੱਖਰਾ ਰਹਿੰਦਾ ਹੈ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦਾ, ਬਲਕਿ ਆਪਣਾ ਭਰੋਸਾ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਉੱਤੇ ਰੱਖਦਾ ਹੈ, ਉਹ ਸਿੱਖ ਤੋਂ ਸਤਿਗੁਰੂ ਜੀ ਵਾਰਨੇ ਬਲਹਾਰਨੇ ਜਾਂਦੇ ਹੈ। ਅਤੇ ਸਤਿਗੁਰੂ ਕਹਿੰਦੇ ਐਸਾ ਕਦੇ ਸਮਾਂ ਬਣ ਜਾਵੇ ਗੁਰੂ ਕੇ ਸਿੱਖਾ, ਕੋਈ ਤੈਨੂੰ ਭਰਮ ਭੁਲੇਖੇ ਵਿੱਚ ਪਾਉਣ ਦਾ ਯਤਨ ਕਰੇ, ਤਾਂ ਕਹਿੰਦੇ ਸਿੱਖਾ ਭਰਮ ਨਾ ਕੀਜੀਏ, ਬੁੱਧ ਰਾਖੀਏ ਠੌਰ। ਕਿਸੇ ਪ੍ਰਕਾਰ ਦਾ ਤੂੰ ਭਰਮ ਨਹੀਂ ਕਰਨਾ, ਕੋਈ ਦਿਨ ਤਿੱਥਾਂ ਤਿਉਹਾਰਾਂ ਦਾ, ਕੋਈ ਗ੍ਰਹਿਾਂ ਮੰਗਲਾਂ ਦਾ, ਕਿਸੇ ਵੀ ਪ੍ਰਕਾਰ ਦਾ ਭਰਮ ਭੁਲੇਖਾ ਤੂੰ ਆਪਣੇ ਹਿਰਦੇ ਵਿੱਚ ਨਹੀਂ ਰੱਖਣਾ। ਸਭ ਪ੍ਰਕਾਰ ਦੇ ਭਰਮ ਭੁਲੇਖੇ ਦੂਰ ਰੱਖਣੇ ਹੈ,
ਔਰ ਬੁੱਧ ਰਾਖੀਏ ਠੌਰ, ਆਪਣੀ ਬੁੱਧੀ ਨੂੰ ਆਪਣੀ ਮੱਤ ਨੂੰ ਟਿਕਾ ਕੇ ਰੱਖਣਾ ਹੈ ਗੁਰੂ ਚਰਨਾਂ ਵਿੱਚ। ਰਾਖਾ ਸਤਿਗੁਰ ਸਿੱਖ ਕਾ ਜਿਉ ਅਚਾਰ ਹਿਤ ਔਰਾ। ਸੋ ਇਹ ਅਰਦਾਸ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਬੁੱਧ ਰਾਖੀਏ ਠੌਰ। ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ, ਆਪ ਜੀ ਮੇਰੀ ਬੁੱਧੀ ਨੂੰ ਸਥਿਰ ਰੱਖੋ, ਮੇਰੀ ਬੁੱਧੀ ਡਗਮਗਾਵੇ ਨਾ, ਭਰਮ ਭੁਲੇਖੇ ਵਿੱਚ ਨਾ ਪਵੇ। ਕਿਉਂਕਿ ਰਾਖਾ ਸਤਿਗੁਰ ਸਿੱਖ ਕਾ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਜਗ੍ਹਾ ਦੇ ਉੱਤੇ ਗੁਰੂ ਦੇ ਸਿੱਖ ਦਾ ਰਾਖਾ ਸਤਿਗੁਰੂ ਆਪ ਹੈ। ਜਿਉ ਆਚਾਰ ਹਿਤ ਔਰ, ਜੋ ਵੀ ਇਹਦਾ ਆਚਾਰ ਹੈ, ਚਾਲ ਚੱਲਣ ਹੈ, ਕਾਰ ਵਿਹਾਰ ਹੈ, ਕਰਨੀ ਹੈ, ਸੋ ਸਭ ਜਗ੍ਹਾ ਦੇ ਉੱਤੇ ਜਿਸ ਪ੍ਰਕਾਰ ਦਾ ਵੀ ਤੂੰ ਕਾਰ ਵਿਹਾਰ ਕਰੇ, ਸੰਸਾਰ ਦੇ ਵਿੱਚ ਵਿਚਰੇ, ਤਾਂ ਉਸ ਵੇਲੇ ਅਰਦਾਸ ਬੇਨਤੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਕੇ ਸਿੱਖਾ ਕਰੀ ਕਿ ਸਤਿਗੁਰੂ ਜੀ ਸਭ ਥਾਈਂ ਮੇਰੀ ਰੱਖਿਆ ਕਰਨੀ। ਆਪ ਜੀ ਸਭ ਥਾਈਂ ਰਖਵਾਲੇ ਹੋਏ ਹੋ, ਕਿਉਂਕਿ ਸਤਿਗੁਰ ਮੇਰਾ ਰਖਵਾਲਾ, ਸਤਿਗੁਰੂ ਜੀ ਰਖਵਾਲਾ ਹੈ। ਜਗ੍ਹਾ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਰੱਖਿਆ ਕਰਦੇ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਸਤਿਗੁਰੂ ਜੀ ਰੱਖਿਆ ਨਾ ਕਰ ਸਕਣ। ਇਸ ਸੰਸਾਰ ਦੇ ਵਿੱਚ, ਦਿਸਦੇ ਸੰਸਾਰ ਵਿੱਚ ਵੀ, ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਸਤਿਗੁਰੂ ਜੀ ਸਹਾਈ ਹਨ, ਸਤਿਗੁਰੂ ਜੀ ਰਖਵਾਲੇ ਹਨ ਗੁਰੂ ਕੇ ਸਿੱਖ ਦੇ। ਬਸ਼ਰਤੇ ਕਿ ਗੁਰੂ ਕਾ ਸਿੱਖ ਸਤਿਗੁਰੂ 'ਤੇ ਭਾਵਨਾ ਰੱਖੇ ਅਤੇ ਅਰਦਾਸਾਂ ਬੇਨਤੀਆਂ ਕਰਦਾ ਰਹੇ, ਮਹਾਰਾਜ ਮੈਨੂੰ ਹੋਰ ਕਿਸੇ ਪਾਸਿਓਂ ਰੱਖਿਆ ਦੀ ਆਸ ਨਹੀਂ, ਸਿਰਫ ਆਪ ਜੀ ਹੀ ਮੇਰੇ ਰਖਵਾਲੇ ਹੋ। ਅਤੇ ਸਤਿਗੁਰੂ ਜੀ ਸਭ ਜਗ੍ਹਾ ਦੇ ਉੱਤੇ ਰੱਖਿਆ ਕਰਦੇ ਆ। ਅਰਦਾਸ ਕਰਦੇ ਆ ਨਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਭ ਥਾਈਂ ਹੋਏ ਸਹਾਏ, ਸਭ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਰੱਖਿਆ ਕਰਦੇ ਆ। ਰਾਖਾ ਸਤਿਗੁਰ ਸਿੱਖ ਕਾ ਜਿਉ ਆਚਾਰ ਹਿਤ ਔਰ, ਤੇਰੇ ਸਾਰੇ ਕਾਰਾਂ ਵਿਹਾਰਾਂ ਦੇ ਵਿੱਚ, ਤੇਰੀ ਹਰ ਇੱਕ ਕਰਨੀ ਦੇ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਕਾਰਜਾਂ ਨੂੰ ਆਰੰਭ ਕਰੀ, ਸਤਿਗੁਰੂ ਜੀ ਆਪ ਰੱਖਿਆ ਕਰਨਗੇ। ਦੂਜਾ ਅਰਥ ਇਹਨਾਂ ਪੰਕਤੀਆਂ ਦਾ ਕਰੀਏ ਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਆ ਗੁਰੂ ਪਿਆਰਿਓ, ਔਰ ਨਾਮ ਰਾਈ ਦਾ ਵੀ ਹੈ। ਅਚਾਰ ਆਪਾਂ ਜੇ ਇੱਥੇ ਭੋਜਨ ਦਾ ਪ੍ਰਤੀਕ ਲੈ ਲਈਏ, ਖਾਣ ਵਾਲਾ ਅਚਾਰ ਜੋ ਆਪਾਂ ਛਕਦੇ ਹਾਂ, ਤਾਂ ਕਹਿੰਦੇ ਸਤਿਗੁਰੂ ਜੀ ਸਿੱਖ ਦੇ ਇਸ ਪ੍ਰਕਾਰ ਰਾਖੇ ਆ ਹਰ ਜਗ੍ਹਾ ਦੇ ਉੱਤੇ, ਜਿਉ ਆਚਾਰ ਹਿਤ ਔਰ। ਜਿਵੇਂ ਅਚਾਰ ਦੀ ਰੱਖਿਆ ਰਾਈ ਕਰਦੀ ਹੈ। ਕੋਈ ਵੀ ਅਚਾਰ ਆਪਾਂ ਬਣਾਉਂਦੇ ਆ ਨਾ ਗੁਰਮੁਖ ਪਿਆਰਿਓ, ਅਤੇ ਅਚਾਰ ਬਣਾਉਣ ਵਾਲੇ ਹਰੇਕ ਅਚਾਰ ਦੇ ਵਿੱਚ ਰਾਈ ਜ਼ਰੂਰ ਪਾਉਂਦੇ ਆ, ਕਿਉਂਕਿ ਰਾਈ ਦੇ ਨਾਲ ਅਚਾਰ ਨੂੰ ਉੱਲੀ ਨਹੀਂ ਲੱਗਦੀ, ਅਚਾਰ ਖਰਾਬ ਨਹੀਂ ਹੁੰਦਾ, ਅਚਾਰ ਦੀ ਰੱਖਿਆ ਹੁੰਦੀ ਹੈ। ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਜਗ੍ਹਾ ਦੇ ਉੱਤੇ ਗੁਰੂ ਕੇ ਸਿੱਖ ਦੀ ਰੱਖਿਆ ਕਰਨ ਵਾਲੇ ਹਨ। ਅਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਕੇ ਸਿੱਖਾ ਹਮੇਸ਼ਾ ਅਰਦਾਸ ਕਰਦਾ ਰਿਹਾ ਹੈ ਕਿ ਸਤਿਗੁਰੂ ਜੀ ਹਰ ਜਗ੍ਹਾ ਦੇ ਉੱਤੇ ਆਪ ਮੇਰੀ ਰੱਖਿਆ ਕਰੋ। ਬਾਣੀ ਵਿਹਾਏ ਗੁਰੂ ਤੇਰਾ, ਤੋਰੇ ਗੁਰੂ ਨਿਭਾਹਾ। ਫਿਰ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਕੇ ਸਿੱਖ ਨੇ ਅਰਦਾਸ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮੇਰੀ ਆਰਜਾ ਹੈ, ਜਿਹੜਾ ਮੇਰਾ ਸਮਾਂ ਹੈ, ਆਪ ਜੀ ਦੇ ਚਰਨਾਂ ਦੇ ਵਿੱਚ ਬਾਲੀ ਵਿਹਾਵੇ, ਬਾਲੀ ਵਿਹਾਏ। ਜਿਵੇਂ ਬਾਲਕਾਂ ਦੀ ਉਮਰ ਬਤੀਤ ਹੁੰਦੀ ਹੈ ਨਾ, ਨਿਰਛਲ ਨਿਰਕਪਟ, ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਮੈਂ ਬਾਲਕ ਬੁੱਧੀ ਦੇ ਸਹਿਤ ਆਪ ਜੀ ਦੇ ਚਰਨਾਂ ਦੇ ਵਿੱਚ ਵਿਚਰਾਂ। ਮੇਰੀ ਉਮਰ, ਮੇਰੀ ਆਰਜਾ, ਮੇਰਾ ਸਮਾਂ ਇਹ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬਾਲਕ ਦੀ ਨਿਆਈ ਬਤੀਤ ਹੋਵੇ। ਕਿਉਂਕਿ ਜਦੋਂ ਬਾਲਕ ਬਣ ਕੇ ਅਸੀਂ ਗੁਰੂ ਚਰਨਾਂ ਵਿੱਚ ਆਉਂਦੇ ਹੈ, ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮੱਤ ਸਮਝਾਏ। ਫਿਰ ਸਤਿਗੁਰੂ ਜੀ ਸਾਨੂੰ ਮੱਤ ਦੇ ਦੇ ਕੇ ਸਮਝਾਉਂਦੇ ਹੈ ਜਦੋਂ ਅਸੀਂ ਬਾਰਕ ਬਣ ਕੇ ਆਉਂਦੇ। ਜੇ ਅਸੀਂ ਪਹਿਲੇ ਹੀ ਸਿਆਣੇ ਬਣ ਕੇ ਆਈਏ ਅਤੇ ਫਿਰ ਸਿਆਣੇ ਨੂੰ ਕੌਣ ਸਮਝਾਵੇ। ਆਪਣੇ ਕੋਲੇ ਦੁਨਿਆਵੀ ਤੌਰ 'ਤੇ ਕੋਈ ਆਵੇ ਅਤੇ ਇਹ ਪ੍ਰਗਟ ਕਰੇ ਕਿ ਮੈਂ ਬੜਾ ਸਿਆਣਾ ਹੈ, ਅਤੇ ਪਹਿਲੀ ਗੱਲ ਤਾਂ ਆਪਾਂ ਹੀ ਨਹੀਂ ਕੋਸ਼ਿਸ਼ ਕਰਾਂਗੇ ਵੀ ਸਿਆਣੇ ਬਿਆਣੇ ਬੰਦੇ ਨੂੰ ਕੋਈ ਗੱਲ ਸਮਝਾਉਣ ਦੀ ਗੱਲ ਕੋਸ਼ਿਸ਼ ਕਰੀਏ, ਅਤੇ ਦੂਜਾ ਜੇ ਆਪਾਂ ਯਤਨ ਕਰਾਂਗੇ ਵੀ ਅਤੇ ਜਿਹੜਾ ਆਪਣੇ ਆਪ ਨੂੰ ਸਿਆਣਾ ਕਹਾਉਂਦਾ ਹੋਇਆ ਉਹ ਆਪਣੀ ਗੱਲ ਸੁਣੇਗਾ ਕਿੱਥੋਂ। ਇਸੇ ਕਰਕੇ ਜੇ ਸਿੱਖ ਸਿਆਣਪਾਂ ਦੀ ਪੰਡ ਚੁੱਕ ਕੇ ਲੈ ਕੇ ਆਵੇ ਗੁਰੂ ਘਰ ਦੇ ਵਿੱਚ, ਅਤੇ ਗੁਰੂ ਦੀ ਸਿੱਖਿਆ ਦਾ ਉਹਦੇ ਉੱਤੇ ਅਸਰ ਕਿੱਥੇ ਹੋਣਾ, ਉਹਨੂੰ ਫਿਰ ਕਿਵੇਂ ਸਮਝਾਇਆ ਜਾ ਸਕਦਾ। ਇਹ ਤਾਂ ਸਤਿਗੁਰੂ ਦੇ ਚਰਨਾਂ ਵਿੱਚ ਬਾਲਕ ਬਣ ਕੇ ਰਹੀਏ,
ਬਾਲਕ ਬਣ ਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਜੈਸਾ ਬਾਰਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੈ। ਬਾਰਕ ਬਣ ਕੇ ਆਵਾਂਗੇ ਤੇ ਗੁਨਾਹ ਵੀ ਬਖਸ਼ੇ ਜਾਣਗੇ। ਜਿਵੇਂ ਪਿਤਾ ਆਪਣੇ ਬਾਲਕ ਆਪਣੇ ਬੱਚੇ ਦੇ ਗੁਨਾਹਾਂ ਨੂੰ ਬਖਸ਼ ਦਿੰਦਾ ਨਾ, ਮੁੜ ਗੱਲ ਨਾਲ ਲਾ ਲੈਂਦਾ, ਇਸੇ ਪ੍ਰਕਾਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਕਾ ਸਿੱਖ ਜਦੋਂ ਆਵੇਗਾ ਬਾਰਕ ਬਣ ਕੇ, ਬਾਲਕ ਬੁੱਧੀ ਲੈ ਕੇ, ਨਿਰਕਪਟ ਨਿਸ਼ਕਪਟ ਬੁੱਧੀ ਲੈ ਕੇ, ਨਿਰਛਲ ਬੁੱਧੀ ਲੈ ਕੇ ਆਵੇਗਾ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਫਿਰ ਕਿਰਪਾ ਕਰਨਗੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਰੱਖਿਆ ਕਰਨਗੇ, ਬਖਸ਼ਿਸ਼ਾਂ ਕਰਨਗੇ, ਆਨੰਦ ਦੀ ਬਖਸ਼ਿਸ਼ ਕਰਨਗੇ, ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਕਰਨਗੇ ਜਦੋਂ ਬਾਰਕ ਬਣ ਕੇ ਆਏ। ਤੇ ਅੱਜ ਤੱਕ ਜਿਨ੍ਹਾਂ ਨੇ ਵੀ ਪਾਇਆ ਪਾਰ ਬ੍ਰਹਮ ਪਰਮੇਸ਼ਰ ਨੂੰ ਜਾਂ ਗੁਰੂ ਦੀਆਂ ਖੁਸ਼ੀਆਂ ਜਿਨ੍ਹਾਂ ਪ੍ਰਾਪਤ ਕੀਤੀਆਂ, ਉਹ ਬਾਲਕ ਬਣ ਕੇ ਹੀ ਆਏ। ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ, ਧੰਨੈ ਸੇਵਿਆ ਬਾਰ ਬੁੱਧ ਤੇ ਲੋਚਨ ਗੁਰ ਮਿਲ ਭਈ ਸੁਧ। ਧੰਨੇ ਨੇ ਜੇ ਸੇਵਿਆ ਤਾਂ ਉਹਨੇ ਬਾਲਕ ਬੁੱਧੀ ਕਰਕੇ ਉਹ ਪਾਰ ਬ੍ਰਹਮ ਪਰਮੇਸ਼ਰ ਨੂੰ ਸੇਵਿਆ। ਤੇ ਫਿਰ ਵੇਖੋ ਕਿਵੇਂ ਜਦੋਂ ਬਾਲਕ ਬਣ ਕੇ ਹੱਠ ਕਰਕੇ ਬਹਿ ਗਿਆ, ਨਿਸ਼ਕਪਟ ਸੀ ਹਿਰਦਾ, ਨਿਰਛਲ ਹਿਰਦਾ ਸੀ, ਕੋਈ ਵਲਛਲ ਨਹੀਂ ਸੀ। ਬਾਲਕਾਂ ਵਾਂਗੂ ਜਿਵੇਂ ਬਾਲਕ ਕੋਈ ਮੰਗ ਰੱਖ ਦਿੰਦਾ ਆਪਣੇ ਪੇਰੈਂਟਸ ਦੇ ਅੱਗੇ, ਮਾਤਾ ਪਿਤਾ ਦੇ ਅੱਗੇ, ਤੇ ਉਹਨਾਂ ਨੂੰ ਬਾਲਕ ਦੀ ਹੱਠ ਦੇ ਅੱਗੇ ਫਿਰ ਉਹਦੀ ਮੰਗ ਪੂਰੀ ਕਰਨੀ ਹੋਈ ਪੈਂਦੀ ਹੈ। ਉਹ ਬਾਲਕ ਦੀ ਇੱਛਾ ਉਹਨਾਂ ਨੂੰ ਪੂਰੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਕਹਿੰਦੇ ਧੰਨਾ ਭਗਤ ਜੀ ਨੇ ਬਾਲਕ ਬੁੱਧੀ ਕਰਕੇ ਪਾਰ ਬ੍ਰਹਮ ਪਰਮੇਸ਼ਰ ਨੂੰ ਸੇਵਿਆ ਤੇ ਸਭ ਦੁਨਿਆਵੀ ਵਸਤੂਆਂ ਵੀ ਉਹਨਾਂ ਫਿਰ ਗੁਰਮੁਖ ਪਿਆਰਿਓ ਆਮ ਬਾਲਕਾਂ ਵਾਂਗੂ ਹੀ ਮੰਗੀਆਂ। ਜਿਵੇਂ ਬਾਲਕ ਕੁਝ ਵੀ ਮੰਗਦਾ ਸੰਕੋਚ ਨਹੀਂ ਕਰਦਾ ਹੁੰਦਾ ਨਾ ਆਪਣੇ ਮਾਤਾ ਪਿਤਾ ਤੋਂ, ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਵੀ ਜਿਸ ਵੇਲੇ ਮੰਗ ਕੀਤੀ ਆਖਿਆ ਗੋਪਾਲ ਤੇਰਾ ਆਰਤਾ। ਬਾਕੀ ਸਾਰੇ ਭਗਤ ਆਰਤੀ ਕਹਿੰਦੇ ਸੀ, ਪਰ ਬਾਲਕ ਬੁੱਧ ਸੀ ਆਰਤੀ ਨੂੰ ਵੀ ਆਰਤਾ ਹੀ ਕਹਿ ਦਿੱਤਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਸਭ ਦੁਨਿਆਵੀ ਵਸਤੂਆਂ ਮੰਗ ਲਈਆਂ। ਮਹਾਰਾਜ ਸੁਚੱਜੀ ਚੰਗੇ ਆਚਰਨ ਵਾਲੀ, ਚੰਗੇ ਜੀਵਨ ਵਾਲੀ ਘਰ ਵਾਲੀ ਵੀ ਬਖਸ਼ ਦਿਓ, ਅੰਨ ਧਨ ਵੀ ਬਖਸ਼ ਦਿਓ, ਖਾਣ ਪੀਣ ਦੀਆਂ ਵਸਤੂਆਂ ਵੀ ਬਖਸ਼ ਦਿਓ, ਚੰਗੀ ਖੇਤੀਬਾੜੀ ਵੀ ਬਖਸ਼। ਸਭ ਕੁਝ ਹੀ ਮੰਗ ਲਿਆ, ਬਾਲਕ ਹੋ ਕੇ ਮੰਗਿਆ ਤੇ ਪਰਮੇਸ਼ਰ ਨੂੰ ਪ੍ਰਤੱਖ ਰੂਪ ਦੇ ਵਿੱਚ ਮਿਲਿਆ। ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ, ਵੱਡਿਆਂ ਭਾਗਾਂ ਵਾਲਾ ਬਣਿਆ ਧੰਨਾ ਭਗਤ, ਕਿਉਂਕਿ ਪ੍ਰਤੱਖ ਰੂਪ ਵਿੱਚ ਗੁਸਾਈ ਨੂੰ, ਮਾਲਕ ਨੂੰ, ਪਰਮੇਸ਼ਰ ਨੂੰ ਉਹਦੇ ਹੱਠ ਦੇ ਬਾਲਕ ਹੱਠ ਦੇ ਸਾਹਮਣੇ ਪ੍ਰਗਟ ਹੋਣਾ ਪਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਉਂ ਸਤਿਗੁਰੂ ਜੀ ਕਹਿੰਦੇ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੇ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਮੈਂ ਵਿਚਰਾਂ। ਮੇਰੀ ਇਹ ਉਮਰ, ਮੇਰੀ ਇਹ ਆਉਦ, ਮੇਰਾ ਇਹ ਸਮਾਂ ਬਾਲਕਾਂ ਦੇ ਵਾਂਗੂ ਵਿਹਾਵੇ, ਬਾਲਕਾਂ ਦੇ ਵਾਂਗੂ ਬਤੀਤ ਹੋਵੇ। ਔਰ ਅੱਗੇ ਕਹਿੰਦੇ ਨੇ ਤੋਰੇ ਗੁਰੂ ਨਿਭਾਹ। ਤੇ ਜਿਹੜਾ ਗੁਰੂ ਕਾ ਸਿੱਖ ਘਰ ਪਰਿਵਾਰ ਦੇ ਵਿੱਚ ਰਹਿੰਦਾ ਹੈ ਉਹਨੇ ਅਰਦਾਸ ਬੇਨਤੀ ਕਰਨੀ ਆ, ਮਹਾਰਾਜ ਜੇ ਕੋਈ ਇੱਦਾਂ ਦਾ ਸਮਾਂ ਬਣ ਜਾਵੇ ਨਾ ਵੀ ਘਰ ਦਾ ਨਿਭਾਅ, ਘਰ ਦਾ ਗੁਜ਼ਾਰਾ ਨਿਰਵਾਹ ਚੰਗੀ ਤਰ੍ਹਾਂ ਨਾ ਚੱਲਦਾ ਹੋਵੇ, ਤਾਂ ਕਿਸੇ ਹੋਰ ਦੀ ਮੁਹਤਾਜੀ ਨਹੀਂ ਕਰਨੀ। ਕਿਉਂਕਿ ਪ੍ਰਭ ਕੇ ਸੇਵਕ ਸੇ ਬੇਮੁਹਤਾਜੇ। ਉਹ ਕਿਸੇ ਦੀ ਕਾਣ ਨਹੀਂ ਰੱਖਦੇ, ਕਿਸੇ ਦੀ ਕਨੌਟ ਨਹੀਂ ਰੱਖਦੇ, ਕਿਸੇ ਦੇ ਦਰ ਦੇ ਹੋਰ ਭਿਖਾਰੀ ਨਹੀਂ ਬਣਦੇ ਜਾ ਕੇ। ਉਹ ਤਾਂ ਪਾਰ ਬ੍ਰਹਮ ਪਰਮੇਸ਼ਰ ਦੇ ਦਰ ਦੇ ਹੀ ਜਾਚਕ ਹੈ, ਗੁਰੂ ਦੇ ਦਰ ਦੇ ਹੀ ਜਾਚਕ ਹੈ। ਤੇ ਇਉਂ ਗੁਰੂ ਕਾ ਸਿੱਖ ਅਰਦਾਸ ਕਰੇ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕਿਸੇ ਹੋਰ ਦਰ ਦਾ ਮੁਹਤਾਜ ਨਾ ਬਣਾਈ। ਇੱਥੋਂ ਤੱਕ ਕਿ ਭਗਤਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੈ ਨਾ ਦੇਹੇ। ਜੇ ਤੂੰ ਏਵੈ ਰੱਖ ਸੀ ਜੀਓ ਸਰੀਰੋ ਲੇਹ। ਕਹਿੰਦੇ ਜੇ ਮੈਨੂੰ ਕਿਸੇ ਹੋਰ ਦਰ ਦਾ ਮੰਗਤਾ ਬਣਾਉਣਾ ਨਾ, ਇਹਦੇ ਨਾਲੋਂ ਤਾਂ ਮੇਰੇ ਸਰੀਰ ਦੇ ਵਿੱਚੋਂ ਜਿੰਦ ਕੱਢ ਲੈ, ਜਾਨ ਕੱਢ ਲੈ, ਭਾਵ ਮੈਂ ਜੀਵਤ ਨਾ ਰਹਾਂ, ਕਿਸੇ ਹੋਰ ਦਰ ਦੇ ਉੱਤੇ ਜਾਵਾਂ ਤਾਂ ਬਸ ਤੇਰੇ ਦਰ ਦਾ ਮੁਹਤਾਜ ਹੋਵਾਂ।
ਗੁਰੂ ਕੇ ਸਿੱਖਾ ਜੇਕਰ ਤੇਰੇ ਘਰ ਦਾ ਨਿਰਵਾਹ ਚੰਗੀ ਤਰ੍ਹਾਂ ਨਹੀਂ ਚੱਲਦਾ, ਘਰ ਪਰਿਵਾਰ ਦੀ ਪ੍ਰਤਪਾਲਨਾ ਚੰਗੀ ਤਰ੍ਹਾਂ ਨਹੀਂ ਹੋ ਰਹੀ, ਤੇ ਗੁਰੂ ਚਰਨਾਂ ਵਿੱਚ ਜੁੜ ਕੇ ਅਰਦਾਸ ਕਰੀ ਤੇ ਸਤਿਗੁਰ ਸੱਚੇ ਪਾਤਸ਼ਾਹ ਤੋਰੇ ਗੁਰੂ ਨਿਵਾਹ। ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੇ ਘਰ ਦਾ ਨਿਰਵਾਹ ਚੰਗੀ ਤਰ੍ਹਾਂ ਤੋਰਨਗੇ। ਬਚਨ ਮਾਹਿਤ 15ਵੇਂ ਦੀਨਾ ਸਤਿਗੁਰ ਰਾਮ। ਹਾਂਜੀ, ਇਸ ਤਰ੍ਹਾਂ 14 ਅਰਦਾਸਾਂ ਕਰਨ ਤੋਂ ਬਾਅਦ 15ਵੀਂ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ ਹੈ ਕਿ ਮਹਾਰਾਜ ਜੋ ਆਪ ਜੀ ਬਚਨ ਕਰੋ ਮੈਂ ਕਦੇ ਉਹ ਬਚਨ ਨੂੰ ਟਾਲਾਂ ਨਾ, ਮੈਂ ਉਹਨੂੰ ਹਮੇਸ਼ਾ ਹੀ 7 ਬਚਨ ਸਾਧੂ ਉਪਦੇਸ਼ ਕਹਿ ਕੇ ਮੰਨ ਲਵਾਂ। ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਮੈਂ ਸਤ ਕਰਕੇ ਹੀ ਮੰਨਾਂ ਹਮੇਸ਼ਾ। ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਮਹਾਰਾਜ ਮੇਰੇ ਮਨ ਵਿੱਚ ਇੰਨਾ ਭਰੋਸਾ ਇੰਨਾ ਯਕੀਨ ਹੋਵੇ ਆਪ ਜੀ ਦੇ ਬਚਨਾਂ ਦੇ ਉੱਤੇ, ਆਪ ਜੀ ਜਿਹੜਾ ਵੀ ਬਚਨ ਮੇਰੇ ਪ੍ਰਤੀ ਕਰ ਦੇਵੋ ਮੈਂ ਉਹਨੂੰ ਹਮੇਸ਼ਾ 7 ਬਚਨ ਕਹਿ ਕੇ ਮੰਨ ਲਵਾਂ। ਤੁਹਾਡੇ ਬਚਨਾਂ ਦੇ ਉੱਤੇ ਭਰੋਸਾ ਮੇਰਾ ਹਮੇਸ਼ਾ ਬਣਿਆ ਰਹੇ, ਅਟੱਲ ਵਿਸ਼ਵਾਸ ਬਣਿਆ ਰਹੇ। ਇਹ 15ਵੀਂ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ ਹੈ। ਕਿਉਂਕਿ ਗੁਰਮੁਖ ਪਿਆਰਿਓ, ਕਈ ਵਾਰ ਆਪਾਂ ਕਹਾਉਣ ਨੂੰ ਤਾਂ ਗੁਰੂ ਕੇ ਸਿੱਖ ਕਹਾਉਂਦੇ ਆ, ਪਰ ਜਦੋਂ ਸਤਿਗੁਰੂ ਦਾ ਬਚਨ ਮੰਨਣ ਦੀ ਗੱਲ ਆਉਂਦੀ ਹੈ ਨਾ, ਉਦੋਂ ਅਸੀਂ ਪੂਰੇ ਨਹੀਂ ਉਤਰ ਪਾਉਂਦੇ। ਅੱਜ ਦੇ ਸਮੇਂ ਵਿੱਚ ਗੁਰਮੁਖ ਪਿਆਰਿਓ ਸਾਡੇ ਜੀਵਨ ਵਿੱਚ ਘਾਟ ਇਸੇ ਗੱਲ ਦੀ ਹੈ ਕਿ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਗੁਰੂ ਨੂੰ ਮੰਨਦੇ ਹਾਂ, ਗੁਰੂ ਦੀ ਨਹੀਂ ਮੰਨਦੇ। ਪਰ ਸਤਿਗੁਰੂ ਜੀ ਕਹਿੰਦੇ ਗੁਰੂ ਕਾ ਸਿੱਖ ਹਮੇਸ਼ਾ ਅਰਦਾਸ ਕਰਦਾ ਰਹੇ ਕਿ ਸਤਿਗੁਰੂ ਜੀ ਜਿਹੜਾ ਵੀ ਬਚਨ ਕਰਨ ਮੇਰਾ ਉਹਨਾਂ ਬਚਨਾਂ ਦੇ ਉੱਤੇ ਅਟੱਲ ਭਰੋਸਾ ਰਹੇ, ਉਹਨਾਂ ਨੂੰ ਮੈਂ ਹਮੇਸ਼ਾ 7 ਕਰਕੇ ਮੰਨਾਂ, 7 ਬਚਨ ਆਖਾਂ। ਜਿਵੇਂ ਪਹਾੜੀ ਰਾਜੇ ਉਹ ਕਹਿੰਦੇ ਮਹਾਰਾਜ ਸਾਡੀ ਤੁਹਾਡੇ ਉੱਤੇ ਸ਼ਰਧਾ ਤਾਂ ਬਹੁਤ ਹੈ। ਰਵਾਲਸਰ ਦੀ ਧਰਤੀ ਦੇ ਜਿਹੜੇ ਆਏ ਸਨ ਨਾ ਚੱਲ ਕੇ, ਤੇ ਕਹਿੰਦੇ ਮਹਾਰਾਜ ਸ਼ਰਧਾ ਤਾਂ ਬਹੁਤ, ਅਸੀਂ ਤੁਹਾਡੇ ਸਿੱਖ ਵੀ ਬਣਨ ਨੂੰ ਤਿਆਰ ਹੈ, ਪਰ ਮਹਾਰਾਜ ਤੁਹਾਡੇ ਸਾਰੇ ਬਚਨ ਨਹੀਂ ਮੰਨੇ ਜਾਂਦੇ। ਜਦੋਂ ਕਹਿੰਦੇ ਸਾਡੇ ਕੋਈ ਘਰ ਦਾ ਬਜ਼ੁਰਗ ਚੜ੍ਹਾਈ ਕਰ ਜਾਵੇ ਤਾਂ ਫਿਰ ਸਾਨੂੰ ਸਾਡੀ ਸਨਾਤਨੀ ਰੀਤੀ ਦੇ ਮੁਤਾਬਕ ਸਾਨੂੰ ਭੱਦਣ ਵੀ ਕਰਾਉਣਾ ਪੈਣਾ, ਇਸ ਕਰਕੇ ਅਸੀਂ ਕੇਸ ਸਾਬਤ ਸੂਰਤ ਨਹੀਂ ਰੱਖ ਸਕਦੇ। ਮਹਾਰਾਜ ਹੋਰ ਵੀ ਅਸੀਂ ਆਪੋ ਆਪਣੇ ਦੇਵੀ ਦੇਵਤਿਆਂ ਨੂੰ ਵੀ ਮੰਨਦੇ ਰਹਿਣਾ ਹੈ ਤੇ ਅਸੀਂ ਤੁਹਾਨੂੰ ਵੀ ਮੰਨਾਂਗੇ। ਮਹਾਰਾਜ ਕਹਿੰਦੇ ਵੀ ਨਹੀਂ, ਦੋਵੇਂ ਗੱਲਾਂ ਨਹੀਂ ਚੱਲਣੀਆਂ। ਗੁਰਸਿੱਖ ਬਣਨਾ ਤਾਂ ਗੁਰਸਿੱਖੀ ਦੀ ਰੀਤੀ ਧਾਰਨ ਕਰਨੀ ਪਏਗੀ, ਬਾਕੀ ਤੁਹਾਡੀ ਮਰਜ਼ੀ ਹੈ। ਤੁਸੀਂ ਜਿਹਨੂੰ ਮੰਨਦੇ ਹੋ ਤੁਸੀਂ ਆਜ਼ਾਦ ਹੋ, ਆਪਣੇ ਤੌਰ 'ਤੇ ਉਹਨਾਂ ਨੂੰ ਮੰਨੋ। ਜਦੋਂ ਐਸੇ ਬਚਨ ਕੀਤੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਭਾਈ ਜਿਹੜਾ ਖੰਡੇ ਬਾਟੇ ਦਾ ਅਮਰ ਤਿਆਰ ਕੀਤਾ ਹੈ ਨਾ, ਖੰਡੇ ਕੀ ਪਾਹੁਲ, ਇਹ ਸਾਰਿਆਂ ਵਾਸਤੇ ਇੱਕੋ ਨਿਯਮ ਬਣਾਇਆ, ਸਰਬ ਸਾਂਝਾ ਨਿਯਮ ਬਣਾਇਆ, ਸਰਬ ਸਾਂਝੀ ਰਹਿਤ ਮਰਿਆਦਾ ਬਣਾਈ ਹੈ। ਤੁਹਾਨੂੰ ਇਸ ਰਹਿਤ ਮਰਿਆਦਾ ਦੇ ਅੰਤਰਗਤ ਹੀ ਅੰਮ੍ਰਿਤ ਛਕਣਾ ਪਵੇਗਾ, ਸ਼ਰਤਾਂ ਮੰਨਣੀਆਂ ਪੈਣਗੀਆਂ। ਕਹਿੰਦੇ ਮਹਾਰਾਜ ਅਸੀਂ ਪਹਾੜੀ ਰਾਜੇ, ਉੱਚੀਆਂ ਜਾਤਾਂ ਦੇ, ਉੱਚੀਆਂ ਕੁਲਾਂ ਦੇ, ਤੇ ਤੁਸੀਂ ਤਾਂ ਨੀਵੀਆਂ ਉੱਚੀਆਂ ਜਾਤਾਂ ਸਾਰਿਆਂ ਨੂੰ ਇਕੱਠਿਆਂ ਨੂੰ ਇੱਕੋ ਬਾਟੇ 'ਚੋਂ ਅੰਮ੍ਰਿਤ ਛਕਾ ਦਿੰਦੇ ਹੋ। ਤੇ ਮਹਾਰਾਜ ਫਿਰ ਸਾਡਾ ਤਾਂ ਨਾ ਜਿਹੜਾ ਉਹ ਸਾਡੀ ਪ੍ਰਭੁਤਾ ਹੈ, ਉੱਚਾਪਣ ਹੈ, ਉਹ ਨਹੀਂ ਰਹੇਗੀ। ਸਾਡੇ ਜੀਵਨ ਦੇ ਵਿੱਚ ਨਿਊਨਤਾ ਆ ਜਾਏਗੀ। ਸਾਡੀ ਉੱਚ ਪਦਵੀ ਦਾ ਜਿਹੜਾ ਹੰਕਾਰ ਹੈ ਉਹ ਸਾਨੂੰ ਇਸ ਪਾਸੇ ਨਹੀਂ ਜਾਣ ਦੇਵੇਗਾ। ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਮਰਜ਼ੀ ਹੈ, ਜੇ ਨਹੀਂ ਬਚਨ ਮੰਨ ਸਕਦੇ ਫਿਰ ਤੁਸੀਂ ਕਾਹਦੇ ਸਿੱਖ ਹੋ। ਸਤਿਗੁਰ ਨੇ ਫਿਰ ਸਿੱਖੀ ਨਹੀਂ ਬਖਸ਼ੀ ਸੀ ਉਹਨਾਂ ਨੂੰ, ਕਿਉਂਕਿ ਮੱਥਾ ਤਾਂ ਆਪਾਂ ਸਾਰੇ ਹੀ ਟੇਕਦੇ ਹਾਂ ਗੁਰੂ ਚਰਨਾਂ ਵਿੱਚ ਆ ਕੇ, ਪਰ ਮੱਥਾ ਟੇਕਣਾ, ਸਤਿਗੁਰੂ ਨੂੰ ਨਮਸਕਾਰ ਕਰਨੀ ਉਹਨਾਂ ਦਾ ਕਬੂਲ ਹੁੰਦਾ ਹੈ, ਉਹਨਾਂ ਦਾ ਪ੍ਰਵਾਨ ਹੁੰਦਾ ਹੈ ਜਿਹੜੇ ਗੁਰੂ ਚਰਨਾਂ ਵਿੱਚ ਜੁੜ ਕੇ ਔਰ ਸਤਿਗੁਰੂ ਦੇ ਬਚਨਾਂ ਨੂੰ ਮੰਨ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਆ। ਉਹਨਾਂ ਦਾ ਮੱਥਾ ਟੇਕਿਆ, ਉਹਨਾਂ ਦਾ ਗੁਰੂ ਨੂੰ ਮੰਨਿਆ ਹੋਇਆ ਪ੍ਰਵਾਨ ਹੈ। ਅਤੇ ਜੇ ਅਸੀਂ ਸਤਿਗੁਰੂ ਨੂੰ ਮੱਥਾ ਟੇਕਦੇ ਹਾਂ ਪਰ ਗੁਰੂ ਦੀ ਗੱਲ ਕੋਈ ਨਹੀਂ ਮੰਨਦੇ, ਅਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਤਾਂ ਇੱਥੋਂ ਤੱਕ ਵੀ ਕਹਿੰਦੇ ਹੈ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦੈ ਕਸੁੱਧੇ ਜਾਹੇ। ਜੇ ਹਿਰਦਾ ਹੀ ਸਾਡਾ ਟੇਢੇ ਪਾਸੇ ਚੱਲਦਾ ਹੈ, ਪੁੱਠੇ ਪਾਸੇ ਚੱਲਦਾ ਗੁਰੂ ਦੀ ਸਿੱਖਿਆ ਤੋਂ, ਅਤੇ ਫਿਰ ਉਹ ਸੀਸ ਨਵਾਇਆ ਵੀ ਕੀ ਕਰੂਗਾ। ਉਦਾਹਰਣ ਦਿੱਤੀ, ਕਹਿੰਦੇ ਝੁਕਦਾ ਤਾਂ ਸ਼ਿਕਾਰੀ ਵੀ ਹੈ ਉਹ ਜਾਨਵਰ ਦੇ ਅੱਗੇ, ਪਰ ਉਹਦੇ ਝੁਕਣ ਦਾ ਮਨੋਰਥ ਕੁਝ ਹੋਰ ਹੁੰਦਾ, ਉਹਨੇ ਨਿਸ਼ਾਨਾ ਸਾਧਣਾ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਜੇ ਉਹ ਝੁਕ ਰਿਹਾ ਤਾਂ ਉਹ ਸਮਰਪਿਤ ਹੋ ਗਿਆ।
ਇਸੇ ਪ੍ਰਕਾਰ ਗੁਰੂ ਕੇ ਸਿੱਖਾ ਗੁਰੂ ਚਰਨਾਂ ਵਿੱਚ ਤੂੰ ਜਦੋਂ ਵੀ ਆਉਣਾ ਹੈ, ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰ ਦੇ ਬਚਨਾਂ ਨੂੰ ਸੱਤ ਸੱਤ ਕਰ ਮੰਨ। ਗੁਰੂ ਅਤੇ ਸਿੱਖ ਦਾ ਗੁਰੂ ਪਿਆਰੋ ਰਿਸ਼ਤਾ ਹੀ ਇਹ ਹੈ। ਬਚਨ ਪੜ੍ਹਦੇ ਆ ਨਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੇ ਸਤਾਰੇ। ਗੁਰੂ ਜਿਹੜੀ ਬਾਣੀ ਕਹੇ, ਜਿਹੜੇ ਬੋਲ ਬੋਲੇ, ਜਿਹੜੇ ਬਚਨ ਕਰੇ, ਉਹਨਾਂ ਨੂੰ ਗੁਰੂ ਕਾ ਸਿੱਖ ਸੱਤ ਕਰਕੇ ਮੰਨ ਲਵੇ ਤੇ ਪ੍ਰਤੱਖ ਗੁਰੂ ਨੇ ਸਤਾਰੇ। ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਤੱਖ ਜ਼ਾਹਰਾ ਤੌਰ ਤੇ ਗੁਰੂ ਕੇ ਸਿੱਖ ਦਾ ਭਾਰ ਉਤਾਰਾ ਕਰਦੇ ਆ। ਤੇ ਜੇ ਸੁਣ ਕੇ ਬਚਨ ਕੋਈ ਨਾ ਮੰਨਿਆ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰ ਮਾਨੀ। ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ, ਹੁਕਮ ਨੂੰ, ਬਚਨਾਂ ਨੂੰ ਸੱਤ ਕਰਕੇ ਮੰਨ ਲਿਆ, ਉਹਨਾਂ ਦਾ ਗਾਵਿਆ ਸੁਣਿਆ, ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ, ਭੇਟਾ ਰੱਖੀ, ਉਹ ਸਭ ਕੁਝ ਹੀ ਪ੍ਰਵਾਨ ਹੁੰਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਵਿਸ਼ੰਬਰ ਦਾਸ, ਇਹ ਅਰਦਾਸ 15ਵੀਂ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਕਰੇ ਕਿ ਸਤਿਗੁਰੂ ਜੀ ਜਿਹੜਾ ਬਚਨ ਕਰਨ ਮੈਂ ਉਹਨਾਂ ਨੂੰ ਸੱਤ ਕਰਕੇ ਮੰਨ ਲਵਾਂ। ਮੈਨੂੰ ਐਸੀ ਮਤ ਬੁੱਧੀ ਬਖਸ਼ੋ ਕਿ ਆਪ ਜੀ ਦਾ ਹਰ ਬਚਨ ਮੈਂ ਸੱਤ ਕਰਕੇ ਆਪ ਜੀ ਦੇ ਹਰ ਬਚਨ ਦੇ ਉੱਤੇ ਫੁੱਲ ਚੜਾਵਾਂ, ਔਰ ਦੀਨਾ ਸਤਿਗੁਰ ਰਾਹ, ਤੇ ਜਿਹੜਾ ਸਤਿਗੁਰ ਦਾ ਰਾਹ ਹੈ, ਸਤਿਗੁਰ ਦਾ ਮਾਰਗ ਹੈ, ਇਹਦੇ ਉੱਤੇ ਮੈਂ ਦੀਨ ਹੋ ਕੇ ਨਿਮਰਤਾ ਧਾਰਨ ਕਰਕੇ ਚੱਲਾਂ। ਇਹ ਨਹੀਂ ਕਿ ਹੰਕਾਰ ਦਾ ਭਰਿਆ ਹੋਵਾਂ ਤੇ ਫਿਰ ਸਤਿਗੁਰ ਦੇ ਰਾਹ 'ਤੇ ਕਿੱਥੋਂ ਚੱਲਿਆ ਜਾਣਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਦੇਵੇ ਬਚਨ, ਉਹਨਾਂ ਨੂੰ ਸੱਤ ਕਰਕੇ ਮੰਨਣਾ, ਉਸ ਰਸਤੇ ਦੇ ਉੱਤੇ ਚੱਲਣਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਤਾਂ ਕਥਾ ਹੀ ਨਿਰਾਲੀ ਹੈ ਨਾ, ਇਹ ਤਾਂ ਕਹਿਣ ਕਥਨ ਤੋਂ ਬਾਹਰ ਹੀ ਗੱਲ ਹੋ ਜਾਵੇਗੀ ਨਾ, ਪਾਰ ਉਤਾਰਾ ਹੋ ਜਾਏਗਾ। ਇਹ ਨਹੀਂ ਕਿ ਗੁਰੂ ਕਹਿੰਦਾ ਗੁਰੂ ਕੇ ਸਿੱਖਾ ਤੂੰ ਸ਼ਰਾਬ ਛੱਡ, ਤੇ ਆਪਾਂ ਕਹਿੰਦੇ ਨਹੀਂ ਮਹਾਰਾਜ ਸਵੇਰੇ ਇਸ਼ਨਾਨ ਕਰਕੇ ਮੱਥਾ ਟੇਕਣ ਆ ਜਾਊਗਾ, ਸ਼ਾਮ ਨੂੰ ਪੈਗ ਲਾਏ ਬਿਨਾਂ ਨਹੀਂ ਸਰਦਾ, ਫਿਰ ਕਾਹਦਾ ਤੂੰ ਗੁਰੂ ਦੇ ਰਾਹ 'ਤੇ ਚੱਲਦਾ ਹੈ। ਗੁਰੂ ਕਹਿੰਦਾ ਗੁਰੂ ਕੇ ਸਿੱਖਾ ਮਾਸ ਮੀਟ ਅੰਡਾ ਇਤਿਆਦਿਕ ਇਹ ਵਰਤਣਾ ਨਹੀਂ, ਤੇ ਸਿੱਖ ਕਹੇ ਵੀ ਇਹ ਤਾਂ ਚਲੋ ਗੁਰੂ ਘਰ ਦੇ ਵਿੱਚ ਮਰਿਆਦਾ ਹੁੰਦੀ ਹੈ, ਘਰੇ ਕੌਣ ਵੇਖਦਾ, ਤੇ ਫਿਰ ਤੂੰ ਕਾਹਦਾ ਗੁਰੂ ਦੇ ਰਾਹ 'ਤੇ ਚੱਲਣ ਵਾਲਾ ਹੋਇਆ ਬਈ। ਸਤਿਗੁਰੂ ਤਾਂ ਕਹਿੰਦੇ ਜਿਹੜਾ ਸਤਿਗੁਰੂ ਨੇ ਰਾਹ ਚਲਾਇਆ ਉਹਦੇ ਉੱਤੇ ਨਿਸ਼ਕਾਮਤਾ ਨਿਰਮਾਣਤਾ ਦੇ ਨਾਲ ਮੈਂ ਚੱਲਾਂ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰ। ਤੇ ਅਸੀਂ ਕੀ ਕਰਦੇ ਹਾਂ, ਦੁਨਿਆਵੀ ਲੋਕ ਜਾਂ ਆਪਣੇ ਆਪ ਨੂੰ ਬਹੁਤੇ ਚਾਤਰ ਕਹਾਉਣ ਵਾਲੇ ਪੈਦਾ ਸਿੱਖਾਂ ਦੇ ਘਰਾਂ ਵਿੱਚ ਹੀ ਹੋਏ ਆ, ਗੁਰੂ ਦੇ ਉੱਤੇ ਤਰਕਾਂ ਕੁਤਰਕਾਂ ਕਰਦੇ ਆ, ਗੁਰੂ ਨੂੰ ਹੀ ਦਲੀਲਾਂ ਦੇ ਦੇ ਕੇ ਝੂਠਾ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਕਰਨ ਲੱਗ ਜਾਂਦੇ ਆ। ਉਹ ਦੇਖੋ ਜੀ, ਇਹ ਸ਼ਰਾਬ ਦੇ ਵਿੱਚ ਕਿਹੜਾ ਕੋਈ ਮਾੜੀ ਚੀਜ਼ ਪੈਂਦੀ ਹੈ, ਗੁੜ ਹੀ ਹੈ, ਕਿੱਕਰ ਦਾ ਸੱਕ ਹੀ ਹੈ, ਉਹ ਤਾਂ ਆਪਾਂ ਉੱਦਾਂ ਵੀ ਦਾਤਣ ਕਰਦੇ ਹੀ ਹੈ, ਗੁੜ ਆਪਾਂ ਉੱਦਾਂ ਵੀ ਖਾਂਦੇ ਹੀ ਹੈ, ਪਾਣੀ ਹੈ। ਤਰਕਾਂ ਦੇਣ ਲੱਗ ਪੈਂਦੇ ਆ, ਦਲੀਲਾਂ ਦੇਣ ਲੱਗ ਪੈਂਦੇ ਆ, ਜਿਵੇਂ ਗੁਰੂ ਨੂੰ ਕੁਝ ਪਤਾ ਨਹੀਂ ਹੁੰਦਾ ਤੇ ਅਸੀਂ ਬਹੁਤੇ ਸਿਆਣੇ ਹੁੰਦੇ ਆ। ਪਰ ਗੁਰੂ ਕੇ ਸਿੱਖਾ ਤੇਰਾ ਗੁਰੂ ਕਹਿ ਰਿਹਾ ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਪਰਮਾਤਮਾ ਦੀ ਦਰਗਾਹ ਵਿੱਚੋਂ ਧੱਕੇ ਪੈਣਗੇ, ਪਰ ਤੂੰ ਦਲੀਲਾਂ ਦੇਈ ਜਾਂਦਾ ਗੁਰੂ ਚਰਨਾਂ ਵਿੱਚ, ਫਿਰ ਤੂੰ ਕਾਹਦਾ ਗੁਰੂ ਦੇ ਰਾਹ 'ਤੇ ਚੱਲਦਾ ਹੋਇਆ। ਸੋ ਇਸ ਤਰ੍ਹਾਂ ਦੀ ਅੰਮ੍ਰਿਤ ਦੇ ਸੰਬੰਧ ਵਿੱਚ ਜੇ ਕਿਸੇ ਨੂੰ ਕਹੋ ਅੰਮ੍ਰਿਤ ਛਕ ਲਓ, ਨਹੀਂ ਜੀ ਸਾਡਾ ਮਨ ਸਾਫ਼ ਹੋਣਾ ਚਾਹੀਦਾ, ਕਿ ਗੁਰੂ ਦਾ ਮਨ ਸਾਫ਼ ਨਹੀਂ ਸੀ। ਬੜੀਆਂ ਦਲੀਲਾਂ ਦਿੰਦੇ ਆ, ਬੜੀ ਤਰਕ ਕਰਦੇ ਆ। ਗੁਰੂ ਕਹਿੰਦਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਤੱਕ ਮੜਾ ਮਸਾਣ ਨਾ ਜਾਈ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਅਸੀਂ ਕਹਿੰਦੇ ਗੁਰੂ ਨੂੰ ਕੀ ਪਤਾ ਲੱਗਦਾ, ਗੁਰਦੁਆਰੇ ਵੀ ਮੱਥਾ ਟੇਕਾ ਆਉਣਾ ਤੇ ਮੱਠੀ ਦੇ ਉੱਤੇ ਵੀ ਲੱਸੀ ਪਾ ਦੇਣੀ ਹੈ, ਕਬਰਾਂ 'ਤੇ ਵੀ ਚਾਦਰਾਂ ਚੜ੍ਹਾ ਦੇਣੀਆਂ। ਆਪਾਂ ਫਿਰ ਆਪਣੀਆਂ ਗੱਲਾਂ ਘੜ ਲੈਂਦੇ ਹਾਂ। ਨਹੀਂ ਜੀ, ਗੁਰੂ ਪੀਰ ਤਾਂ ਸਾਰੇ ਇੱਕੋ ਹੀ ਹੁੰਦੇ ਆ, ਕੀ ਫਰਕ ਪੈਂਦਾ ਜਿੱਥੇ ਮਰਜ਼ੀ ਮੱਥਾ ਟੇਕ ਲਓ। ਨਹੀਂ, ਗੁਰੂ ਕੇ ਸਿੱਖਾ ਫਿਰ ਇਹ ਤੂੰ ਗੁਰੂ ਦੇ ਰਸਤੇ 'ਤੇ ਨਹੀਂ ਚੱਲ ਰਿਹਾ। ਸਤਿਗੁਰੂ ਜੀ ਕਹਿੰਦੇ ਦੀਨਾ ਸਤਿਗੁਰ ਰਾਹ। ਇਹ ਅਰਦਾਸ ਬੇਨਤੀ ਕਰ ਗੁਰੂ ਕੇ ਸਿੱਖਾ ਕਿ ਸਤਿਗੁਰੂ ਜੋ ਤੁਸੀਂ ਚਾਲੀ, ਜੋ ਮਰਿਆਦਾ, ਜੋ ਰਸਤਾ, ਜੋ ਪੈਂਡਾ, ਜੋ ਪੰਥ, ਜੋ ਮਾਰਗ ਸਾਨੂੰ ਬਖਸ਼ਿਆ, ਅਸੀਂ ਉਹਦੇ ਉੱਤੇ ਆਪ ਜੀ ਦੀ ਕਿਰਪਾ ਸਦਕਾ ਚੱਲ ਸਕੀਏ।
फिर अरदास बेनती कर महाराज सच्चे पातशाह मैनू मान सन्मान की बख्शिश करो। आप जी के दर घर दे विच आवां, मैनू मान वडियाई मिले, किते मेरा मान खो ना जाए, मेरी इज्जत आबरो रुल ना जाए, पत रुल ना जाए। क्योंकि कई लोग इदां दे माड़े कर्म करते हैं, गुरु घरां दे विच आके फिर उन्हां दी गुरदरबार दे विच ही पत रुल जाती है। कोई गोलक तो पैसे चुकन लग पिया, कोई शराब पी के अंदर आ गया, तो फिर मार के धक्के कढ़ दिंदे आ ना बाहर, वो गुरु के सामने पत रुलदी है। गुरु तो डर के गुरु के सिख ने हमेशा अरदास करनी है, महाराज मैनू मान वडियाई, आप जी ने मेरी इज्जत पत आबरू की रख्या करनी है, और कुल की रहे, मेरी भी इज्जत आबरू रहे, तो कुल की मेरी कुल की भी इज्जत आबरू हमेशा आप जी कायम रखियो। मेरी कुल दे विच, मेरे वंश दे विच, मेरे परिवार, मेरे खानदान दे विच कोई भड़ूआ इहो जिहा पैदा ना हो जाए जिहड़ा मेरी कुल नूं दाग ला दे, जिहदे करके खानदान नूं नीवा झाकना पै जावे, नीवा देखना पै जावे, इस तरह का पैदा ना हो जावे। तो दूजा अर्थ करिए कि कुल की रहे। महाराज आप जी अपने दरबार विच भी वडियाई बख्शो, तो कुल दे विच भी मेरा मान सन्मान बनिया रहे, सारे मेरी गल नूं मनण, ध्यान नाल सुणन, मेरा मान सन्मान करन, घर परिवार दे जी सारे। इस प्रकार गुरु के सिख ने यह अरदास बेनती करनी है। और बने संबंधी संत, महाराज जिहड़े मेरे संबंधी बनने आ, जिन्हां नाल मेरा संबंध जुड़िया होवे, रिश्तेदार जिन्हां नाल मेरा वरतों विहार होवे, वो संत अवस्था वाले होण, शांत अवस्था वाले होण, जिन्हां सास ग्रास ना विसरै, हर नामा मन मंत, धन से नानका पूर्ण सोई संत, इहो जे होण। और महाराज मैं संबंधी ही उन्हां नूं बनावां ਜਿਹੜੇ ਤੁਹਾਡੇ नाम ਦੇ ਨਾਲ जुड़े होण, जिन्हां नूं आप जी का नाम विसरदा ही ना होवे। हम संतर की रेण प्यारे, हम संतर की सरना, संत हमारी ओट सताणी, संत हमारा गहना। ये अरदास बेनती सतगुर सच्चे पातशाह के चरणों में करनी। महाराज मेरे संबंधी, मेरा जिन्हां नाल संसार दे विच संबंध होवे, वो सारे संत होण। ते महाराज मेरी जिहड़ी बिरती है वो निवै, निमरता दे विच रहे। आपां बेनती करते हैं ना, आप जी दे गुरसिखां दा मन नीवा, मत उच्ची, मत दा राखा आप वाहिगुरू। महाराज सच्चे पातशाह मेरी बिरती है, जिहड़ी मेरी बुद्धि है, मेरी सुरती है, वो हमेशा ही निमरता वाली रहे और थित शुद्ध ग्रह। मेरे हिरदे रूपी घर दे विच शुद्धता दी स्थिति रहे, स्थित रहे, टिकी रहे शुद्धता। मेरा हिरदा शुद्ध रहे, कदे भी मलीन ना होवे, इहदे विच माड़े ख्याल ना आउण, कदे अशरधा ना उपजे, कदे नास्तिकता ना पैदा होवे। गरीब नवाज सच्चे पातशाह मेरे हिरदे रूपी घर नूं, ग्रह नूं आप जी हमेशा शुद्ध रखियो। और दूजा अर्थ लईए तां थित शुद्ध ग्रह, महाराज जिहड़ा मेरा दुनियावी घर भी है ना, आप जी ने रैण बसेरा बख्शिया, इहदे विच भी हमेशा शुद्धता बनी रहे। ये ना होवे कि जदों मेरे लड़के लड़की का आनंद कारज होना है तो बरात वाले या होर जिहड़े रिश्तेदार साडे घर दे विच आउणे है, किते पहलां ही कहण लग जाण भी फलाना सिया इन्ने डब्बियां दा इंतजाम कर लई, असीं फेर विआह ते आउणा है, जे इन्ने बकरियां दा, इन्ने कुकड़ां मुर्गियां दा इंतजाम करेगा, असीं फेर तेरे घर दे विच ये खुशी दे मौके ते आउणा है। नहीं महाराज, इदां मेरा घर हड्डा रोड़ी ना बने, उत्थे हड्डियां ना चूंडियां जाण, उत्थे शराबां कबाबां दे दौर ना चलन। हमेशा गरीब नवाज सच्चे पातशाह आप जी कृपा करियो कि मेरा जिहड़ा दुनियावी घर है वो भी शुद्ध रहे, वो भी पवित्र रहे। यही खूब कलकंत, ते कलकंत, कंत नाम है स्वामी दा, मालक दा, कल नाम है सुंदर दा। ते महाराज सच्चे पातशाह ये खूबी भी बख्शियो, ये कृपा भी कर दिओ कि महाराज सच्चे पातशाह मैनू दुनिया दे विचों, संसार दे विचों, सब दे नालों, लोक परलोक दे विचों सब दे नालों आप जी ही सुंदर लगो, आप जी ही खूब लगो, आप जी दा ही स्वरूप सुंदर रहे। मैं दुनियावी चकाचौंध विच जां दुनियावी सुंदरता दे उत्ते मेरा मन लुभाएमान ना होवे। सो आप जी कृपा करियो कि हमेशा आप जी दा स्वरूप ही मैनू बहुत जिहड़ा मन नूं लुभाउण वाला लगे, मन नूं सुंदर लगे, मन नूं खुशी देण वाला लगे। इदां अरदासां बेनतियां 22 अरदासां बेनतियां सतगुरु जी ने इत्थों तक दसियां कि गुरु के सिख ने
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਨੀ ਹੈ। ਅਗਾਂਹ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ 4 ਹੋਰ ਅਰਦਾਸਾਂ ਬੇਨਤੀਆਂ ਕਰਨੀਆਂ, ਕੁੱਲ 26 ਇਸ ਅਧਿਆਅ ਦੇ ਵਿੱਚ ਦੱਸਣਗੇ। ਉਹ ਆਪਾਂ ਸਰਵਣ ਕਰਾਂਗੇ ਕੱਲ ਦੇ ਦੀਵਾਨ ਵਿੱਚ। ਔਰ ਸਤਿਗੁਰੂ ਜੀ ਹੋਰ ਜੋ ਗੁਰਮਤਿ ਮਰਿਆਦਾ ਦੇ ਬਚਨ ਕਰਨਗੇ ਸੋ ਆਪਾਂ ਕੱਲ ਵਿਚਾਰਾਂਗੇ। ਕੱਲ ਆਪਾਂ ਅਧਿਆਅ ਦੀ ਇਸ ਦੀ ਕੋਸ਼ਿਸ਼ ਕਰਾਂਗੇ ਕਿ ਸਮਾਪਤੀ ਵੀ ਹੋ ਜਾਵੇ ਅਤੇ ਫਿਰ ਅਗਲਾ ਪ੍ਰਕਰਨ ਅਗਲਾ ਅਧਿਆਏ ਆਪਾਂ ਸ਼ੁਰੂ ਕਰਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਣ। ਕਥਾ ਵਿਚਾਰ ਦੌਰਾਨ ਹੋ ਜਾਂ ਗਲਤ ਜਾਂ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਗਾਵਿਆ ਸੁਣਿਆ ਸਾਡਾ ਤੁਹਾਡਾ ਸਾਰਿਆਂ ਦਾ ਥਾਏ ਪਵੇ, ਸਾਡੇ ਹਿਰਦਿਆਂ ਦੇ ਵਿੱਚ ਗੁਰੂ ਕਾ ਬਚਨ ਵਸੇ ਅਤੇ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਆਓ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਉਪਰੰਤ ਅਰਦਾਸ ਬੇਨਤੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰੀਏ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਓ ਮੇਲ। ਮਾਨ ਦੇ ਪੁਰ ਕੀ ਰਹਾ ਬਣੈ ਸੰਬੰਧੀ ਸੰਤਾ, ਬ੍ਰਿਤ ਨਿਵਾਤ ਸ਼ੁਭ ਗ੍ਰਹਿ ਇਹੀ ਧੂਪ ਕਲ ਕੰਤ। हे गोविंद हे गोपाल हे दयाल लाल, प्राणनाथ नाथ सखे दीन दर्द निवार। हे समर्थ आगम पूरन मोहे मया तहार, अंधकूप महाभयान नानक पार उतार। वाहिगुरु जी का खालसा वाहिगुरु जी की फतेह। तू ठाकुर तुम